ये अफसर चलाक लूंबड़ी है, ये अफसर नहीं है। इन्हें जाना आम आदमी पार्टी ने ज्वाइन करनी है। ये केजरीवाल के इशारे से नच रहा अजकल। ये बड़ी चिर दा फीलिंग लेंदा फिरदा किहड़ा अफसर है जिथे बोर्ड लवाउंदा हर प्रोग्राम दे। कोई होर अफसर वेख्या कोर्ट ते जाके किसी अफसर ने आपदे सीनियर अफसर के खिलाफ गुहार लाई। हाई कोर्ट 'च लम्मा समा केस चलिया, जदों तां जित जांदे सी ते फिर कोर्ट चंगी है। जे कोर्ट ने फैसला देता इन्हां दे उल्ट ते कोर्ट माड़ी है। जे किसी ने इस्तीफा देना है, देखो कोई बंदा काम चोर होवे, आपदा काम आउंदा ना होवे, सियासत करना चाहुंदा होवे, ओह जे अनप्रोफैशनल अफसर इहो जिहे काम करदे। ਉਹ ਬੰਦਿਆਂ ਨੇ ਜਦੋਂ ਬੇਭਰੋਸਗੀ ਜਤਾਈ, ਇਹ ਨਹੀਂ ਕਿ ਇਹ ਗੱਲ ਸਾਹਮਣੇ ਆਉਣੀ ਚਾਹੀਦੀ ਸੀ ਕਿ ਉਹਨਾਂ ਦੀ ਬੇਭਰੋਸਗੀ ਕੀ ਸੀ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਚਲਾਨ ਪੇਸ਼ ਕਰ ਰਿਹਾ ਹੈ ਇਹ ਗਲਤ ਨੇ। ਉਹਨੇ ਕਹਿਤਾ ਸੀ, ਅੱਜ ਤੋਂ 1.5 ਸਾਲ ਪਹਿਲਾਂ ਕਹਿਤਾ ਸੀ। ਛੋਟੀ ਕਾਂਗਰਸ ਦੇ ਐਮਐਲਏ ਸਾਹਿਬਾਨਾਂ ਨੇ ਹੈਲਥ ਸਰਵਿਸਿਜ਼ ਦਾ ਪਰਦਾ ਫਾਸ਼ ਕੀਤਾ, ਮਗਰ ਮੇਰੀ ਗੱਲ ਕਿਤੇ ਸਰਦਾਰ ਬਲਬੀਰ ਸਿੰਘ ਸਿੱਧੂ ਸਾਹਿਬ ਨੂੰ ਤੇ ਕਾਂਗਰਸ ਨੂੰ ਚੰਗੀ ਨਹੀਂ ਲੱਗੀ, ਰੌਲਾ ਪਾਉਣ ਲੱਗ ਗਏ। ਤੁਹਾਡਾ ਆਪ ਦੇ ਐਮਐਲਏ ਨਿਰਮਲ ਸਿੰਘ ਸ਼ਤਰਾਣਾ ਸਾਹਿਬ ਜਿਹੜੇ ਪਟਿਆਲੇ ਹਸਪਤਾਲ 'ਚ ਦਾਖਲ ਹੋਏ ਸਨ, ਉਹ ਪਟਿਆਲੇ ਹਸਪਤਾਲ ਨੂੰ ਛੱਡ ਕੇ ਭੱਜ ਗਏ ਕਿ ਮੇਰੀ ਜਾਨ ਖਤਰੇ 'ਚ ਹੈ, ਜੇ ਮੈਂ ਜਾ ਕੇ ਕਿਤੇ ਹੋਰ ਇਲਾਜ ਕਰਾਵਾਂ ਨਹੀਂ ਤਾਂ ਮੇਰੀ ਜਾਨ ਵੀ ਬਚਣੀ। ਕਈ ਹਸਪਤਾਲ ਨੇ ਜਿਹਦੀ ਗੱਲ ਮੈਂ ਬਾਰ-ਬਾਰ ਉਜਾਗਰ ਕੀਤੀ ਆ, ਮਗਰ ਸਰਕਾਰ ਦੇ ਵਜ਼ੀਰ ਉਹਨਾਂ ਨਾਲ ਰਲੇ ਆ ਡਾਕਟਰ ਅਵਤਾਰ ਨਾਲ ਕਿ ਜਿਹਨੇ 21 ਲੱਖ ਦਾ ਬਿੱਲ ਇੱਕ ਮਰੀਜ਼ ਦਾ ਸਾਡੇ ਚਵਿੰਡੇ ਦੇਵੀ ਤੋਂ ਬਣਾਇਆ। ਉਹ ਬਜ਼ੁਰਗ ਪੂਰੇ ਵੀ ਹੋ ਗਏ, 21 ਲੱਖ ਦਾ ਬਿੱਲ ਕਿਸ ਸਮੂਹ ਨਾਲ ਬਣਾਇਆ। ਅੱਜ ਤੱਕ ਸਰਕਾਰ ਉਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੀ। ਇੱਕ ਅਫਸਰ ਨੇ ਰਿਪੋਰਟ ਦਿੱਤੀ ਜਿਹੜਾ ਨੈਗੇਟਿਵ ਦਾ ਪੋਜ਼ਿਟਿਵ ਦਾ ਨੈਗੇਟਿਵ ਕਰ ਰਿਹਾ ਸੀ। ਉਦੋਂ ਸਰਕਾਰ ਨੇ ਗਲਤ ਕੰਮ ਕਰਨ ਵਾਲਿਆਂ ਦੀ, ਹਸਪਤਾਲਾਂ ਦੀ, ਡਾਕਟਰਾਂ ਦੀ, ਗਲਤ ਟੈਸਟ ਕਰਨ ਵਾਲਿਆਂ ਦੀ ਜਦ ਮਦਦ ਕਰੇ ਤੇ ਫਿਰ ਅੱਜ ਰਿਜ਼ਲਟ ਇਹੀ ਨਿਕਲਣਾ ਸੀ, ਕੋਲੈਪਸ ਹੋਣਾ। ਅੱਜ ਤੋਂ ਮਜੀਠੇ ਦੀ ਜ਼ਿੰਮੇਵਾਰੀ ਤੁਹਾਡੀ ਹੈ। ਮਜੀਠੇ ਦੇ ਵਿਕਾਸ ਵਾਸਤੇ, ਮਜੀਠੇ ਨਗਰ ਕੌਂਸਲ ਦੀ ਤਰੱਕੀ ਵਾਸਤੇ, ਮਜੀਠੇ ਦੇ ਲੋਕਾਂ ਦੇ ਮਸਲੇ ਹੱਲ ਕਰਾਉਣ ਵਾਸਤੇ ਇਹਨਾਂ ਨੇ ਦਿਨ ਰਾਤ ਇੱਕ ਕਰਨਾ। ਮੈਂ ਆਸ ਕਰੂੰਗਾ, ਉਮੀਦ ਕਰੂੰਗਾ ਕਿ ਕਾਂਗਰਸ ਦੀ ਸਰਕਾਰ, ਚਾਹੇ ਅਸੀਂ ਆਪੋਜੀਸ਼ਨ ਵਾਲੇ ਲੋਕ ਇੱਥੇ ਮਜੀਠੇ 'ਚ ਕਾਬਜ ਹੋਏ ਆ, ਸਾਡਾ ਸਾਥ ਦੇਣਗੇ। ਜਿੱਥੇ ਕਾਂਗਰਸ ਦੀ ਸਰਕਾਰ ਸਾਡਾ ਸਾਥ ਦੇਊਗੀ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ। ਮਗਰ ਜੇ ਉਹ ਮਜੀਠੇ ਨਗਰ ਕੌਂਸਲ ਨਾਲ ਮਤਰੇਈ ਮਾਂ ਵਾਲਾ ਸਲੂਕ ਜਾਂ ਮਜੀਠੇ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਗੇ ਤੇ ਅਸੀਂ ਡਟ ਕੇ ਮਜੀਠੇ ਦੇ ਲੋਕਾਂ ਵਾਸਤੇ ਲੜਾਈ ਲੜਾਂਗੇ ਕਾਂਗਰਸ ਦੇ ਖਿਲਾਫ, ਔਰ ਮਜੀਠੇ ਦੇ ਲੋਕਾਂ ਦੀ ਸ਼ਾਨ 'ਚ, ਮਜੀਠੇ ਦੇ ਲੋਕਾਂ ਦੇ ਭਲੇ ਲਈ ਦਿਨ ਰਾਤ ਇੱਕ ਕਰਾਂਗੇ। ਇਸ ਲਈ ਮੈਂ ਫਿਰ ਸਮੁੱਚੀ ਪਾਰਟੀ ਵੱਲੋਂ, ਸਮੁੱਚੇ ਵਰਕਰਾਂ ਤੋਂ, ਜਿੱਥੇ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਦੀ ਮਿਹਨਤ ਸਦਕਾ ਭਾਵੇਂ ਕਾਂਗਰਸ ਨੇ ਬਹੁਤ ਧੱਕੇਸ਼ਾਹੀ ਕੌਂਸਲਰ ਦੀਆਂ ਚੋਣਾਂ 'ਚ ਕੀਤੀਆਂ, ਅਫਸਰਾਂ 'ਤੇ ਦਬਾਅ ਬਣਾਇਆ ਗਿਆ ਕਿ ਕਾਗਜ਼ ਰੱਦ ਕਰਤੇ ਜਾਣ, ਮਗਰ ਕੋਈ ਨਾ ਡੋਲਿਆ ਨਾ ਹਿੱਲਿਆ। ਤਗੜੇ ਹੋ ਕੇ ਸਭ ਨੇ ਪਹਿਰਾ ਦਿੱਤਾ ਔਰ ਵੱਡੀ ਜਿੱਤ ਹਾਸਲ ਕੀਤੀ ਹੈ। ਮੈਂ ਅਫਸਰ ਸਾਹਿਬਾਨਾਂ ਦਾ ਵੀ ਜਿਨ੍ਹਾਂ ਨੇ ਸਹੀ ਕੰਮ ਕੀਤਾ ਉਹਨਾਂ ਨੂੰ ਵੀ ਮੈਂ ਧੰਨਵਾਦ ਕਰਦਾ, ਉਹਨਾਂ ਨੂੰ ਵਧਾਈ ਵੀ ਦਿੰਦਾ। ਸਰ, ਇੱਕ ਜਿਹੜਾ ਕੋਵਿਡ ਨੂੰ ਲੈ ਕੇ ਸਰਕਾਰ ਹੁਣ ਬਹੁਤ ਸਾਰੀਆਂ ਸਖਤੀਆਂ ਵਰਤ ਰਹੀ ਹੈ। ਪਿਛਲੇ ਕਰੀਬ 1.25 ਸਾਲ ਤੋਂ ਸਰਕਾਰ ਪਹਿਲਾਂ ਬਹੁਤ ਵੱਡੇ ਦਾਅਵੇ ਵੀ ਕਰਦੀ ਰਹੀ ਹੈ। ਹੁਣ ਜਿੱਦਾਂ ਦੇ ਸਾਰੇ ਜਿਹੜੇ ਸਮੀਕਰਨ ਸਾਹਮਣੇ ਆ ਰਹੇ ਆ, ਤੁਹਾਨੂੰ ਕੀ ਲੱਗਦਾ ਕਿ ਸਰਕਾਰ ਕਿਤੇ ਨਾ ਕਿਤੇ ਉਹਦੇ ਵਿੱਚ ਇੰਤਜ਼ਾਮਾਂ ਦੇ ਵਿੱਚ ਫੇਲ ਸਾਬਿਤ ਹੋਈ ਹੈ, ਜਾਂ ਲੋਕਾਂ ਦੀ ਜਿਹੜੀ ਅਵੇਅਰਨੈਸ ਉਹਦੇ ਵਿੱਚ ਕਮੀ ਕਰਕੇ ਇਸ ਸਾਰੇ ਹਾਲਾਤ ਪੈਦਾ ਹੋਏ? ਦੇਖੋ, ਪੰਜਾਬ ਸਰਕਾਰ ਹੈਲਥ ਸਰਵਿਸਿਜ਼ ਕੋਲੈਪਸ ਕਰ ਗਈਆਂ ਨੇ। ਪੰਜਾਬ 'ਚ ਹੈਲਥ ਸਰਵਿਸਿਜ਼ ਇੱਕ ਇਕੱਲਾ ਮਹਿਕਮਾ ਬਣ ਕੇ ਰਹਿ ਗਿਆ, ਔਰ ਇਹ ਮਸਲਾ ਪੰਜਾਬ ਦੀ ਵਿਧਾਨ ਸਭਾ 'ਚ ਵੀ ਉੱਠਿਆ ਸੀ। ਔਰ ਉਸ ਵੇਲੇ ਕਿਉਂਕਿ ਕਾਂਗਰਸ ਦੀ ਵਿਧਾਨ ਸਭਾ 'ਚ ਗਿਣਤੀ ਵੱਧ ਹੈ ਤੇ ਉਹ ਸਮਝਦੇ ਅਸੀਂ ਰੌਲਾ ਪਾ ਕੇ ਸਪੀਕਰ ਸਾਹਿਬ ਸਾਡੇ ਨਾਲ ਸਹਿਮਤ ਰਹਿੰਦੇ, ਅਸੀਂ ਧੱਕੇ ਨਾਲ ਆਪਦੀ ਗੱਲ ਪਾਸ ਕਰ ਲਿਆਂਗੇ। ਇਹ ਰਿਕਾਰਡ ਦੀ ਗੱਲ ਹੈ ਕਿ ਜਦੋਂ ਹੈਲਥ ਦੀ ਗੱਲਾਂ ਹੋਈਆਂ, ਮੈਂ ਉਸ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਸਾਹਿਬਾਨਾਂ ਨੇ, ਅਸੀਂ ਸਾਰਿਆਂ ਨੇ ਸਰਦਾਰ ਬਲਬੀਰ ਸਿੰਘ ਸਿੱਧੂ ਸਾਹਿਬ ਨੂੰ, ਸਰਦਾਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਕਹੀ ਕਿ ਤੁਹਾਡੇ ਹੈਲਥ ਦਾ ਇਹ ਜਿਹਾ ਜਲੂਸ ਨਿਕਲ ਗਿਆ, ਪੰਜਾਬ ਦੀ ਹੈਲਥ ਸਰਵਿਸਿਜ਼ ਨਾਂ ਦੀ ਕੋਈ ਚੀਜ਼ ਨਹੀਂ, ਕੋਲੈਪਸ ਕਰ ਗਈਆਂ ਨੇ। ਪੰਜਾਬ ਦੇ ਲੋਕਾਂ ਦੀ ਹੈਲਥ ICU ਤੋਂ ਵੀ ਹੈਲਥ ਮਹਿਕਮੇ ਦੇ ਹਾਲਾਤ ਬੱਤਰ ਹੋ ਗਏ ਆ। ਕਿਉਂ ਮੈਂ ਇਹ ਗੱਲ ਕਹੀ? ਮੈਂ ਕਿਹਾ ਤੁਹਾਡੇ ਬਲਬੀਰ ਸਿੱਧੂ ਨੇ ਵੀ ਆਪਦਾ ਇਲਾਜ ਕਿੱਥੋਂ ਕਰਾਇਆ? ਪ੍ਰਾਈਵੇਟ ਹਸਪਤਾਲ ਤੋਂ। ਜਦ ਤੁਹਾਡੇ ਵਜ਼ੀਰ, ਚਾਹੇ ਉਹ ਬਲਬੀਰ ਸਿੱਧੂ ਸਨ,
ਚਾਹੇ ਉਹ ਬਾਜਵਾ ਸਾਹਿਬ ਸਨ, ਚਾਹੇ ਉਹ ਆਪਣਾ ਇਹਨਾਂ ਦੇ ਹੋਰ ਵਜ਼ੀਰ ਸਨ, ਕਾਂਗੜ ਸਾਹਿਬ ਸੀ। ਮੇਰਾ ਕਹਿਣ ਦਾ ਭਾਵ ਵੱਡੀ ਗਿਣਤੀ, ਜਦ ਉਹਨਾਂ ਨੂੰ ਹੀ ਭਰੋਸਾ ਨਹੀਂ ਰਿਹਾ ਪੰਜਾਬ ਦੀ ਹੈਲਥ ਸਰਵਿਸਿਜ਼ ਤੇ, ਲੋਕਾਂ ਨੂੰ ਕੀ ਭਰੋਸਾ ਰਹਿ ਜਾਣਾ। ਔਰ ਤੁਹਾਨੂੰ ਮੈਂ ਉੱਥੇ ਵਿਧਾਨ ਸਭਾ 'ਚ ਇਹ ਗੱਲ ਵੀ ਕਹੀ ਕਿ ਤੁਹਾਡਾ ਆਪ ਦੇ ਐਮਐਲਏ ਨਿਰਮਲ ਸਿੰਘ ਸ਼ਤਰਾਣਾ ਸਾਹਿਬ ਜਿਹੜੇ ਪਟਿਆਲੇ ਹਸਪਤਾਲ 'ਚ ਦਾਖਲ ਹੋਏ ਸਨ, ਉਹ ਪਟਿਆਲੇ ਹਸਪਤਾਲ ਨੂੰ ਛੱਡ ਕੇ ਭੱਜ ਗਏ ਕਿ ਮੇਰੀ ਜਾਨ ਖਤਰੇ 'ਚ ਹੈ, ਜੇ ਮੈਂ ਜਾ ਕੇ ਕਿਤੇ ਹੋਰ ਇਲਾਜ ਕਰਾਵਾਂ ਨਹੀਂ ਤਾਂ ਮੇਰੀ ਜਾਨ ਨਹੀਂ ਬਚਣੀ। ਛੋਟੀ ਕਾਂਗਰਸ ਦੇ ਐਮਐਲਏ ਸਾਹਿਬਾਨਾਂ ਨੇ ਹੈਲਥ ਸਰਵਿਸਿਜ਼ ਦਾ ਪਰਦਾ ਫਾਸ਼ ਕੀਤਾ, ਮਗਰ ਮੇਰੀ ਗੱਲ ਕਿਤੇ ਸਰਦਾਰ ਬਲਬੀਰ ਸਿੰਘ ਸਿੱਧੂ ਸਾਹਿਬ ਨੂੰ ਤੇ ਕਾਂਗਰਸ ਨੂੰ ਚੰਗੀ ਨਹੀਂ ਲੱਗੀ, ਰੌਲਾ ਪਾਉਣ ਲੱਗ ਗਏ। ਮੇਰਾ ਕੰਮ ਇਹ ਨਹੀਂ ਸੀ, ਮੇਰਾ ਕੰਮ ਸੀ ਕਮੀ ਪੇਸ਼ੀ ਨੂੰ ਉਜਾਗਰ ਕਰਨਾ, ਉਹਦੇ 'ਚ ਤਬਦੀਲੀ ਲਿਆਉਣਾ, ਉਹਦੇ 'ਚ ਸੁਧਾਰ ਲਿਆਉਣਾ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਸਹੂਲਤ ਮਿਲ ਜੇ। ਮਗਰ ਤੂੰ ਮੈਂ 'ਚ ਕੰਮ ਨੂੰ ਪਾ ਕੇ ਉਹ ਆਪਦੀ ਜ਼ਿੰਮੇਵਾਰੀ ਤੋਂ ਭੱਜ ਗਏ। ਮਗਰ ਅੱਜ ਅਸਲੀਅਤ ਸਾਹਮਣੇ ਆ, ਨਾ ਬੈੱਡ ਮਿਲੇ, ਜੇ ਬੈੱਡ ਨਹੀਂ ਮਿਲਦਾ, ਜੇ ਬੈੱਡ ਮਿਲ ਜਾਂਦਾ ਤੇ ਫਿਰ ਆਕਸੀਜਨ ਨਹੀਂ ਮਿਲਦੀ, ਜੇ ਆਕਸੀਜਨ ਮਿਲ ਜਾਂਦਾ ਤੇ ਰੈਮਡਿਸਿਵਿਰ ਨਹੀਂ ਮਿਲਦੀ, ਜੇ ਰੈਮਡਿਸਿਵਿਰ ਮਿਲ ਜਾਂਦੀ ਤਾਂ ਡੋਲੋ ਦਾ ਪਤਾ ਨਹੀਂ ਮਿਲ ਰਿਹਾ। ਹਾਲਾਤ ਇਹ ਬਣ ਗਏ। ਔਰ ਅਮਨਦੀਪ ਹਸਪਤਾਲ ਵਰਗੇ ਕਈ ਹਸਪਤਾਲ ਨੇ ਜਿਹਦੀ ਗੱਲ ਮੈਂ ਬਾਰ-ਬਾਰ ਉਜਾਗਰ ਕੀਤੀ ਆ, ਮਗਰ ਸਰਕਾਰ ਦੇ ਵਜ਼ੀਰ ਉਹਨਾਂ ਨਾਲ ਰਲੇ ਆ ਡਾਕਟਰ ਅਵਤਾਰ ਨਾਲ ਕਿ ਜਿਹਨੇ 21 ਲੱਖ ਦਾ ਬਿੱਲ ਇੱਕ ਮਰੀਜ਼ ਦਾ ਸਾਡੇ ਚਵਿੰਡੇ ਦੇਵੀ ਤੋਂ ਬਣਾਇਆ, ਉਹ ਬਜ਼ੁਰਗ ਪੂਰੇ ਵੀ ਹੋ ਗਏ, 21 ਲੱਖ ਦਾ ਬਿੱਲ ਕਿਸ ਮੂੰਹ ਨਾਲ ਬਣਾਇਆ। ਅੱਜ ਤੱਕ ਸਰਕਾਰ ਉਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੀ ਹੈ। ਇਸ ਤਰੀਕੇ ਦੇ ਜਦੋਂ ਕੁਝ ਹਸਪਤਾਲਾਂ ਨੇ, ਕੁਝ ਡਾਕਟਰਾਂ ਨੇ ਚੰਗਾ ਕੰਮ ਕੀਤਾ, ਮੈਂ ਉਹਨਾਂ ਨੂੰ ਵਧਾਈ ਦਿੰਦਾ, ਮਗਰ ਜਿਨ੍ਹਾਂ ਨੇ ਇੱਕ ਤਰੀਕੇ ਦੀ ਐਕਸਟੋਰਸ਼ਨ ਕੀਤੀ ਆ ECH ਦੀ ਜਿਹੜੀ ਆਰਮੀ ਦੀ ਸਕੀਮ ਚੱਲਦੀ ਹੈ, ਉਹਦੇ 'ਚ ਵੀ ਇਸ ਹਸਪਤਾਲ ਦਾ ਨਾਂ ਸਾਹਮਣੇ ਆਇਆ, ਮਗਰ ਪੁਲਿਸ ਐਕਸ਼ਨ ਲੈਣ ਦੀ ਜਗ੍ਹਾ ਪੁਲਿਸ ਉਹਨਾਂ ਦੀ ਮਦਦ ਤੇ ਹੋ ਰਹੀ ਹੈ। ਜਦੋਂ ਤੁੱਲੀ ਲੈਬ ਦੀ ਕਹਾਣੀ ਆਈ, ਇੱਕ ਅਫਸਰ ਨੇ ਰਿਪੋਰਟ ਦਿੱਤੀ ਜਿਹੜਾ ਨੈਗੇਟਿਵ ਦਾ ਪੋਜ਼ਿਟਿਵ, ਪੋਜ਼ਿਟਿਵ ਦਾ ਨੈਗੇਟਿਵ ਕਰ ਰਿਹਾ ਸੀ, ਉਦੋਂ ਸਰਕਾਰ ਨੇ ਗਲਤ ਕੰਮ ਕਰਨ ਵਾਲਿਆਂ ਦੀ, ਹਸਪਤਾਲਾਂ ਦੀ, ਡਾਕਟਰਾਂ ਦੀ, ਗਲਤ ਟੈਸਟ ਕਰਨ ਵਾਲਿਆਂ ਦੀ ਜਦ ਮਦਦ ਕਰੇ ਤਾਂ ਫਿਰ ਅੱਜ ਰਿਜ਼ਲਟ ਇਹੀ ਨਿਕਲਣਾ ਸੀ, ਕੋਲੈਪਸ ਹੋਣਾ। ਅੱਜ ਡੈਥ ਰੇਟ ਪੰਜਾਬ 'ਚ ਹਾਈਐਸਟ ਹੈ। ਲੋਕ ਆਪਦੇ ਰੱਬ ਬਚਾ ਲਵੇ, ਲੋਕ ਆਪਣੀ ਜਾਨ ਆਪ ਬਚਾ ਲੈਣ ਤੇ ਕੁਛ ਹੈ। ਸਰਕਾਰੀ ਹਸਪਤਾਲਾਂ 'ਚ ਤਾਂ ਕਾਂਗਰਸ ਦੇ ਆਪ ਦੇ ਐਮਐਲਏ ਵਜ਼ੀਰਾਂ ਦਾ ਭਰੋਸਾ ਨਹੀਂ ਤੇ ਲੋਕ ਕਿੱਥੋਂ ਭਰੋਸਾ ਕਰਨ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇੱਕ ਆਪਾਂ ਨੂੰ ਗੱਲ ਸਮਝ ਲੈਣੀ ਚਾਹੀਦੀ, ਇਹ ਅਫਸਰ ਚਲਾਕ ਲੂੰਬੜੀ ਆ, ਇਹ ਅਫਸਰ ਨਹੀਂ ਹੈ। ਇਹਨੇ ਜਾਣਾ ਆਮ ਆਦਮੀ ਪਾਰਟੀ ਇਹਨੇ ਜੁਆਇਨ ਕਰਨੀ ਹੈ। ਇਹ ਕੇਜਰੀਵਾਲ ਦੇ ਇਸ਼ਾਰੇ ਤੇ ਨੱਚ ਰਿਹਾ ਅੱਜ ਕੱਲ੍ਹ। ਜਿਹੜਾ ਅਫਸਰ ਹਾਈ ਕੋਰਟ ਦਾ ਸਨਮਾਨ ਨਾ ਕਰੇ, ਹਾਈ ਕੋਰਟ ਕੌਣ ਗਿਆ? ਪੁਲਿਸ ਦੇ ਮੁਲਾਜ਼ਮ ਗਏ, ਇਹਦੇ ਜੂਨੀਅਰ, ਇਹਦੇ ਸਬਆਰਡੀਨੇਟਸ, ਕੋਈ ਹੋਰ ਨਹੀਂ ਗਿਆ। ਔਰ ਅੱਜ ਦੇ ਨਹੀਂ ਬੜੇ, ਦੇਖੋ ਕੋਈ ਵੀ ਏਜੰਸੀ ਪੰਜਾਬ 'ਚ, ਆਪਾਂ ਦੇਸ਼ ਦੇ ਨਾਗਰਿਕ ਹਾਂ, ਦੇਸ਼ ਦੇ ਲੋਕ ਸੰਵਿਧਾਨ 'ਚ ਵਿਸ਼ਵਾਸ ਰੱਖਦੇ। ਔਰ ਸੰਵਿਧਾਨ ਕੀ ਕਹਿੰਦਾ ਕਿ ਜੇ ਕੋਈ ਏਜੰਸੀ, ਚਾਹੇ ਪੁਲਿਸ ਹੈ, ਚਾਹੇ ਹੋਰ ਕੋਈ CBI ਹੈ ਜਾਂ NIA ਹੈ ਜਾਂ ਕੋਈ ਮਹਿਕਮਾ ਹੋਰ ਇਨਵੈਸਟੀਗੇਟਿੰਗ ਏਜੰਸੀ, ਉਹ ਕਿਸੇ ਦੇ ਖਿਲਾਫ ਵੀ ਕੋਈ ਚੀਜ਼ ਲਿਆਉਂਦਾ, ਉਸ ਨਾਗਰਿਕ ਕੋਲੇ ਹੱਕ ਹੈ ਕਿ ਉਹ ਜਿਹੜੀ ਕੋਰਟ ਹੈ, ਜੁਡੀਸ਼ਰੀ ਹੈ, ਇੰਡੀਪੈਂਡੈਂਟ ਜੁਡੀਸ਼ਰੀ ਹੈ, ਜਿਹੜਾ ਚੌਥਾ ਪਾਵਾ ਆਪਾਂ ਕਹਿ ਦਿੰਦੇ ਆ, ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ ਤੇ ਪ੍ਰੈਸ ਨੂੰ ਚੌਥਾ ਪਾਵਾ ਕਹਿ ਦਿੰਦੇ, ਮਤਲਬ ਕਿ ਉਹ ਆਪ ਦੀ ਜਾ ਕੇ ਅਪੀਲ ਕੋਰਟਾਂ 'ਚ ਕਰ ਸਕਦਾ। ਤੇ ਕੋਰਟ ਦੇ ਜਾ ਕੇ ਕਿਸੇ ਅਫਸਰ ਨੇ ਆਪਦੇ ਸੀਨੀਅਰ ਅਫਸਰ ਦੇ ਖਿਲਾਫ ਗੁਹਾਰ ਲਾਈ, ਹਾਈ ਕੋਰਟ 'ਚ ਲੰਮਾ ਸਮਾਂ ਕੇਸ ਚੱਲਿਆ, ਜਦੋਂ ਤਾਂ ਜਿੱਤ ਜਾਂਦੇ ਸੀ ਇਹ ਤੇ ਫਿਰ ਕੋਰਟ ਚੰਗੀ ਆ, ਜੇ ਕੋਰਟ ਨੇ ਫੈਸਲਾ ਦੇ ਦਿੱਤਾ ਇਹਨਾਂ ਦੇ ਉਲਟ ਤੇ ਕੋਰਟ ਮਾੜੀ ਆ। ਇਹ ਜਿਹੜਾ ਕੰਮ ਹੈ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਸਰਵਿਸ ਰੂਲ 'ਚ ਕਿੱਥੇ ਕਹਿੰਦਾ ਕਿਹੜਾ ਅਫਸਰ ਇੱਕ ਦਿਨ ਜਾ ਕੇ ਕਦੇ ਜੇ ਕਿਸੇ ਨੇ ਅਸਤੀਫਾ ਦੇਣਾ, ਦੇਖੋ ਕੋਈ ਬੰਦਾ ਕੰਮ ਚੋਰ ਹੋਵੇ, ਆਪ ਦਾ ਕੰਮ ਆਉਂਦਾ ਨਾ ਹੋਵੇ, ਸਿਆਸਤ ਕਰਨਾ ਚਾਹੁੰਦਾ ਹੋਵੇ, ਉਹ ਜਿਹੇ ਅਨਪ੍ਰੋਫੈਸ਼ਨਲ ਅਫਸਰ ਇਹੋ ਜਿਹੇ ਕੰਮ ਕਰਦੇ।
ਕਹਿੰਦੇ ਮੇਰੀ ਭਾਵਨਾ ਬਹੁਤ ਆਹਤ ਹੋਈ। ਨਹੀਂ ਜਿਹੜੀ ਉਹਨਾਂ ਨੇ ਜਿਹੜੀ ਇੱਕ ਲਾਈਨ ਕਹੀ ਕਿ ਮੈਂ ਪੰਜਾਬ ਦੀ ਸੇਵਾ ਕਰਦਾ ਰਹੂੰਗਾ, ਪਰ ਆਈਪੀਐਸ ਦੇ ਤੌਰ ਤੇ ਨਹੀਂ, ਉਹਦਾ ਕੀ ਮਤਲਬ? ਮੇਰੀ ਬੇਨਤੀ, ਤੁਸੀਂ ਨਾ ਮੇਰੀ ਜਾਂ ਤਾਂ ਗੱਲ ਸੁਣ ਲਓ ਜਾਂ ਸੁਣਾ ਲਓ। ਮੇਰੀ ਇੱਕੋ ਬੇਨਤੀ ਆ, ਜਿਹੜਾ ਵਰਦੀ ਪਾ ਲੈਂਦਾ ਨਾ ਉਹਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਇਹ ਦੇਸ਼ ਦੇ ਕਾਨੂੰਨ ਦਾ ਉਹ ਰਖਵਾਲਾ ਵੀ ਹੁੰਦਾ, ਉਹਨੂੰ ਵਿਦਆਊਟ ਫੇਅਰ, ਵਿਦਆਊਟ ਪ੍ਰੈਜੁਡਿਸ, ਬਗੈਰ ਭੇਦਭਾਵ ਤੋਂ ਆਪਦੀ ਡਿਊਟੀ ਨਿਭਾਉਣੀ ਹੁੰਦੀ ਹੈ। ਮਗਰ ਜਿਹਦੇ ਚੱਕਰ ਕੁਝ ਹੋਰ ਚੱਲ ਜਾਣ, ਜਿਹਨੇ ਕਰਨੀ ਹੋਵੇ ਸਿਆਸਤ, ਫਿਰ ਉਹ ਕਰਦਾ ਇਹ ਜੇ ਕੰਮ। ਅਫਸਰ ਇੱਕ ਨਹੀਂ ਆ, ਆਈਪੀਐਸ ਕਈ ਭਰਤੀ ਹੋਇਆ, ਕਈ ਰਿਟਾਇਰ ਹੋ ਗਏ ਆ। ਕਿੰਨੇ ਆਈਪੀਐਸ ਤੁਸੀਂ ਵੇਖੇ ਇਹ ਜਾਂ ਰੰਗ ਗੁੱਲ ਖਿਲਾਉਂਦੇ ਆ। ਪਹਿਲਾਂ ਤਾਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੁੰਦਾ ਕਿ ਐਸਆਈਟੀ ਤੁਸੀਂ ਬਣਾਈ, ਕਿਸੇ ਹੋਰ ਨੇ ਤਾਂ ਨਹੀਂ ਬਣਾਈ ਨਾ, ਐਸਆਈਟੀ ਕਾਂਗਰਸ ਨੇ ਬਣਾਈ ਸੀ। ਉਹਦੇ 'ਚ ਇੱਕ ਏਡੀਜੀਪੀ ਰੈਂਕ ਦਾ ਅਫਸਰ ਪ੍ਰਬੋਧ ਕੁਮਾਰ ਜੀ ਪਾਇਆ। ਪ੍ਰਬੋਧ ਕੁਮਾਰ ਜੀ ਕੌਣ? ਜਿਹਨੇ ਲੰਮਾ ਸਮਾਂ ਦੇਸ਼ ਦੀ ਵੱਖ-ਵੱਖ ਏਜੰਸੀਆਂ 'ਚ ਸੇਵਾ ਕੀਤੀ ਹੈ। ਉਹਨਾਂ ਨੇ ਦਿੱਲੀ, ਉਹਨਾਂ ਦੀ ਕਾਰਗੁਜ਼ਾਰੀ ਐਡੀ ਚੰਗੀ ਮੰਨੀ ਗਈ ਹੈ ਕਿ ਲੰਮਾ ਸਮਾਂ ਤਾਂ ਉਹਨਾਂ ਦੀ ਸਰਵਿਸਿਜ਼ ਦਿੱਲੀ ਲੈਂਦੀ ਲਈ ਹੈ, ਕਿਉਂਕਿ ਦਿੱਲੀ 'ਚ ਸਾਰੇ ਦੇਸ਼ ਦੇ ਜਿਹੜੇ ਵੱਡੇ ਵੱਡੇ ਕੇਸ ਹੈ ਉਹ ਦਿੱਲੀ ਜਾਂਦੇ, ਚਾਹੇ ਉਹ NIA ਹੈ, CBI ਹੈ, ਜੋ ਵੀ ਕੇਸ ਸੀ ਉਹਨਾਂ ਨੂੰ ਮਿਲਦੇ ਰਹੇ। ਉਹਨਾਂ ਨੂੰ ਇਹਦਾ ਹੈੱਡ ਬਣਾਇਆ। ਚਲੋ ਸਭ ਨੂੰ ਹੋ ਗਿਆ ਕਿ ਜਦ ਇਹਨਾਂ ਦਾ ਹੈੱਡ ਬਣਾਤਾ ਹੁਣ ਹੈੱਡ ਜੋ ਕਰੂ ਉਹ ਠੀਕ ਹੈ। ਮਗਰ ਹੋਇਆ ਕੀ? ਹੈੱਡ CBI ਦਾ ਜਿਹੜਾ ਉੱਥੋਂ ਦਿੱਲੀ ਤੋਂ ਆਇਆ ਸੀ ਪ੍ਰਬੋਧ ਕੁਮਾਰ, ਜਦੋਂ ਪੰਜਾਬ ਲੰਮੇ ਸਮੇਂ ਬਾਅਦ ਵਾਪਸ ਆਏ ਆ, ਉਹਨਾਂ ਨੇ ਇੱਕ ਚਿੱਠੀ ਲਿਖਤੀ DGP ਨੂੰ ਕਿ ਇਹ ਜਿਹੜਾ ਕੁਝ ਕਰਦਾ ਫਿਰਦਾ ਹੈ, ਇਹ ਆਪ ਜਿਹੜਾ ਅਫਸਰ ਦਾ ਤੁਸੀਂ ਨਾਂ ਲਿਆ ਨਟਵਰ ਲਾਲ, ਇਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਆਪਦੀ ਮਰਜ਼ੀ ਨਾਲ ਹੀ ਕੰਮ ਕਰ ਰਿਹਾ। ਜਦੋਂ ਜਿਹੜੀ SIT ਕੈਪਟਨ ਸਾਹਿਬ ਨੇ ਬਣਾਈ, ਉਹ ਤੇ ਬੇਭਰੋਸਗੀ ਕਿਹਨੇ ਜਿਤਾਈ? ਉਹਨਾਂ ਦੇ ADGP ਮਤਲਬ ਕਿ ਕੁੰਵਰ ਵਿਜੇ ਪ੍ਰਤਾਪ ਦੇ ਸੀਨੀਅਰ ਨੇ, ਅਸੀਂ ਨਹੀਂ, ਸਾਡਾ ਕੋਈ ਆਪੋਜੀਸ਼ਨ ਦਾ ਕੋਈ ਲੈਣਾ ਦੇਣਾ ਨਹੀਂ ਇਹਦੇ 'ਚ। ਉਹਨੇ ਬੇਭਰੋਸਗੀ ਜਿਤਾਈ। ਉਸ ਤੋਂ ਬਾਅਦ ਜਿਹੜਾ ਸੈਕੰਡ ਮੋਸਟ ਸੀਨੀਅਰ ਮੋਸਟ ਸੀ IG ਅਰੁਣਪਾਲ ਜੀ, ਜੋ ਇਹ ਤੋਂ ਵੀ ਸੀਨੀਅਰ ਹੈ, ਉਹਨੇ ਬੇਭਰੋਸਗੀ ਜਿਤਾਈ। ਫਿਰ ਇਹਦੇ ਜੂਨੀਅਰ ਜਿਹੜੇ 2 ਅਫਸਰ ਸਨ, ਉਹਨਾਂ ਨੇ ਬੇਭਰੋਸਗੀ ਜਿਤਾਈ। 5 ਮੈਂਬਰਾਂ ਚੋਂ 4 ਨੇ ਉੱਤੇ ਬੇਭਰੋਸਗੀ ਜਿਤਾਤੀ। ਸਰਕਾਰ ਤਾਂ ਵੀ ਸੁੱਤੀ। ਸਰਕਾਰ ਨੂੰ ਬੇਭਰੋਸਗੀ ਕਿਉਂ ਜਿਤਾਈ? ਕਿਉਂਕਿ ਉਹ ਅਫਸਰ ਸੀਗੇ ਇਨਸਾਫ ਕਰਨ ਵਾਲੇ, ਸਹੀ ਕੰਮ ਕਰਨ ਵਾਲੇ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਭੈ ਸੀ। ਉਹਨਾਂ ਨੂੰ ਇਹ ਡਰ ਸੀ ਕਿ ਜੇ ਅਸੀਂ ਗਲਤ ਕਰਾਂਗੇ ਤੇ ਸਾਨੂੰ ਰੱਬ ਨਹੀਂ ਮਾਫ ਕਰੂ ਕੋਈ। ਉਹ ਬੰਦਿਆਂ ਨੇ ਜਦੋਂ ਬੇਭਰੋਸਗੀ ਜਿਤਾਈ, ਇਹ ਨਹੀਂ ਕਿ ਇਹ ਗੱਲ ਸਾਹਮਣੇ ਆਉਣੀ ਚਾਹੀਦੀ ਸੀ ਕਿ ਉਹਨਾਂ ਦੀ ਬੇਭਰੋਸਗੀ ਕੀ ਸੀ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਚਲਾਨ ਪੇਸ਼ ਕਰ ਰਿਹਾ ਇਹ ਗਲਤ ਨੇ। ਉਹਨੇ ਕਹਿਤਾ ਸੀ, ਅੱਜ ਤੋਂ 1.5 ਸਾਲ ਪਹਿਲਾਂ ਕਹਿਤਾ ਸੀ। ਮਗਰ ਕਾਂਗਰਸ ਸਰਕਾਰ ਨੇ ਆਪ ਦਾ ਸਿਆਸੀਕਰਨ ਕਰਨਾ ਸੀ, ਉਹਨਾਂ ਨੂੰ ਲਾਂਬੇ ਕਰਤਾ, ਇਹਨੂੰ ਰੱਖ ਲਿਆ। ਉਹ ਸਿਆਸੀਕਰਨ ਦਾ ਨਤੀਜਾ ਅੱਜ ਨਿਕਲਿਆ ਕਿ ਜਦੋਂ ਜੱਜ ਸਾਹਿਬ ਦੇ ਕੇਸ ਲੱਗਿਆ ਤੇ ਜੱਜ ਸਾਹਿਬ ਨੇ ਵੀ ਉਹੀ ਗੱਲ ਕਰਤੀ ਕਿ ਜਿਹੜੀ ਇਹ ਇਨਕੁਆਇਰੀ ਹੈ, ਕੋਈ ਇਹ ਜਿਹਾ ਅਫਸਰ ਕਰੇ ਜਿਹਦਾ ਆਪ ਦਾ ਕੋਈ ਇੰਟਰਸਟ ਨਾ ਹੋਵੇ, ਜਿਹਨੇ ਸਿਆਸਤ ਨਾ ਕਰਨੀ ਹੋਵੇ, ਜਿਹਦੀ ਮੋਟੀਵੇਟਡ ਇਨਕੁਆਇਰੀ ਨਾ ਹੋਵੇ, ਜਿਹਦੇ ਆਪ ਦੇ ਕੋਈ ਉਹਦੇ 'ਚ ਲੋਭ ਲਾਲਚ ਨਾ ਹੋਵੇ। ਇਸ ਲਈ ਉਹਨੇ ਕਿਹਾ ਕਿ ਇਨਕੁਆਇਰੀ ਦੇਖੋ, ਜੇ ਜੱਜ ਸਾਹਿਬ ਇਨਕੁਆਇਰੀ ਤਾਂ ਬਾਹਰ ਵੀ ਕਿਤੇ ਦੇ ਸਕਦੇ ਸੀ, ਹਰਿਆਣੇ 'ਚ ਦੇ ਸਕਦੇ, ਦਿੱਲੀ 'ਚ ਦੇ ਸਕਦੇ। ਉਹਨੇ ਕਿਹਾ SIT ਪੰਜਾਬ ਸਰਕਾਰ ਹੀ ਬਣਾ ਲਵੇ, ਮਗਰ ਬਣਾਵੇ ਉਹ ਜੀ ਜਿਹੜਾ ਸਹੀ ਕੰਮ ਕਰਨ, ਆਪਣੀ ਬਦਲਾਖੋਰੀ ਜਾਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਕੋਈ ਕੰਮ ਨਾ ਕਰਨ। ਮੇਰਾ ਕਹਿਣ ਦਾ ਭਾਵ, ਜੋ ਗੱਲ ਅਫਸਰਾਂ ਨੇ ਪਹਿਲਾਂ ਆਖੀ ਉਹੀ ਗੱਲ ਕੋਰਟ ਨੇ ਫਿਰ ਆਖਤੀ। ਹੁਣ ਕਾਂਗਰਸ ਦੀ ਐਡੀ ਕੀ ਮਜਬੂਰੀ ਹੈ? ਜਾਂ ਤਾਂ ਕੈਪਟਨ ਸਾਹਿਬ ਕਹਿ ਦੇਣ ਕਿ ਦਿਨਕਰ ਗੁਪਤਾ ਜੀ ਨਲਾਇਕ, ਸਾਰੀ ਪੁਲਿਸ ਦੀ ਫੋਰਸ ਨਲਾਇਕ, ਸਾਡੇ ਕੋਲ ਤਾਂ ਇੱਕੋ ਲਾਇਕ ਅਫਸਰ ਹੈ, ਜਾਂ ਤਾਂ ਇਹ ਕਹਿ ਦੇਣ। ਨਹੀਂ ਤਾਂ ਦੇਖੋ, ਪੁਲਿਸ ਪੰਜਾਬ ਸਰਕਾਰ ਕੋਲ ਇੰਨੇ ਕਾਬਲ ਅਫਸਰ ਨੇ, ਕਿਸੇ ਤੋਂ ਇਨਕੁਆਇਰੀ ਕਰਾ ਦੇਣ। ਹਾਂ, ਮਗਰ ਇਨਕੁਆਇਰੀ ਸਹੀ ਹੋਵੇ, ਸੱਚ ਸਾਹਮਣੇ ਆਵੇ, ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਮਗਰ ਜਿਹੜਾ ਰਾਜਨੀਤੀਕਰਨ ਕਰਕੇ ਦਾ ਰੱਬ ਜਿਹੜੇ ਕਹਿੰਦੇ ਨੇ ਸ਼ੁਭ ਕਰਮਨ ਤੇ ਕਬੂ ਨਾ ਟਰੂ, ਸੱਚਾ ਪਾਤਸ਼ਾਹ ਸਭ ਲਈ ਹੈ। ਤੇ ਜੇ ਕੋਈ ਕਰਦਾ ਸੀ ਇਹ ਜੇ ਰਗੜਾ ਚੜਿਆ ਕੋਰਟ ਤੋਂ, ਇਹ ਵੀ ਉਹ ਪਾਤਸ਼ਾਹ ਦੇ ਹੁਕਮ ਨਾਲ ਹੀ ਚੜਿਆ। ਜਿਹੜਾ ਦਾਵਾ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਸੱਚਾ ਫਾਲੋਅਰ ਹੈ। ਆਹੋ, ਮੀਆਂ ਮਿੱਠੂ ਤਾਂ ਕੋਈ ਬਣ ਜਾ। ਜਿਹਨੇ ਕੱਲ, ਅੱਜ ਮੇਰੀ ਗੱਲ ਨੋਟ ਕਰ ਲਿਓ,
ਇਹ ਚੱਲਿਆ, ਇਹਨੇ ਲੜਨੀ ਇਲੈਕਸ਼ਨ, ਇਹ ਬੜੀ ਚਿਰ ਦਾ ਫੀਲਿੰਗ ਲੈਂਦਾ ਫਿਰਦਾ। ਕਿਹੜਾ ਅਫਸਰ ਹੈ ਜਿੱਥੇ ਬੋਰਡ ਲਵਾਉਂਦਾ ਹਰ ਪ੍ਰੋਗਰਾਮ ਦੇ? ਕੋਈ ਹੋਰ ਅਫਸਰ ਵੇਖਿਆ? ਪ੍ਰੋਫੈਸ਼ਨਲਿਜ਼ਮ ਕੀ ਆ ਕਿ ਤੁਸੀਂ ਕਿਸੇ ਦੇ ਨਾਲ, ਕਿਸੇ ਪਾਰਟੀ ਨਾਲ ਜਾਂ ਕਿਸੇ ਸੰਸਥਾ ਨਾਲ ਜਾਂ ਕਿਸੇ ਨਾਲ ਵੀ ਤੁਸੀਂ ਨਾ ਦੇਖੋ। ਯੂ ਹੈਵ ਟੂ ਬੀ ਡਿਟੈਚਡ ਫਰੋਮ ਐਵਰੀਬਡੀ। ਤੁਸੀਂ ਆਪ ਦੀ ਜ਼ਿੰਮੇਵਾਰੀ ਨਿਭਾਉਣੀ ਹੈ। ਹੋਰ ਕਿੰਨੇ ਅਫਸਰਾਂ ਦੇ ਤੁਸੀਂ ਬੋਰਡ ਲੱਗਦੇ ਵੇਖੇ ਆ? ਇਸ ਲਈ ਜਿਹੜਾ ਇੱਕ ਤੁਹਾਡੇ ਕੈਮਰਿਆਂ ਦਾ ਬੜਾ ਭੁੱਖਾ ਹੈ, ਮੈਨੂੰ ਇਹ ਗੱਲ ਦੱਸਿਓ, ਇਹਨੇ ਜੇ ਅਸਤੀਫਾ ਦੇਣਾ ਸੀ ਤੇ ਆਪ ਦਾ ਅਸਤੀਫਾ ਤਾਂ ਇਹ ਦੇਵੇ ਡੀਜੀਪੀ ਨੂੰ, ਚਲੋ ਵੱਧ ਤੋਂ ਵੱਧ ਹੋਮ ਸੈਕਟਰੀ ਨੂੰ। ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਦਾ ਡਰਾਮਾ ਕੀਤਾ, ਮੁੱਖ ਮੰਤਰੀ ਸਾਹਿਬ ਨੂੰ ਵੀ ਫਿਕਰ ਪੈ ਗਿਆ ਕਿ ਇਹ ਦੇਖੋ ਜੀ ਪਤਾ ਨਹੀਂ ਕੀ ਕਰੂ। ਫਿਰ ਮੁੱਖ ਮੰਤਰੀ ਨੂੰ ਤਾਂ ਚੰਗਾ ਲੱਗਦਾ ਕਿਉਂਕਿ ਹੋਰ ਨੇ ਜਿਹੜੀ ਇਹ ਰਿਪੋਰਟ ਤਿਆਰ ਕੌਣ ਕਰਦਾ? ਮੀਟਿੰਗ ਹੋਈ ਨਾ ਉਹਨੇ 4 ਦਿਨ ਪਹਿਲਾਂ, ਕਿਹਦੀ ਮੀਟਿੰਗ ਹੋਈ? ਮੁੱਖ ਮੰਤਰੀ ਦੇ ਘਰ 'ਚ ਜਾਖੜ ਸਾਹਿਬ ਨੂੰ ਸੱਦਿਆ। ਜਾਖੜ ਦਾ ਕੀ ਕੰਮ ਹੈ ਜੀ ਇਸ ਇਨਵੈਸਟੀਗੇਸ਼ਨ 'ਚ? ਤ੍ਰਿਪਤ ਰਜਿੰਦਰ ਬਾਜਵਾ ਦਾ ਕੀ ਕੰਮ ਹੈ ਜੀ ਇਹਦੇ 'ਚ? ਸੁਖ ਸਰਕਾਰੀਆ ਦਾ ਕੀ ਇਨਵੈਸਟੀਗੇਸ਼ਨ ਇਹ ਕਾਂਗਰਸੀ ਕਰ ਰਹੀ ਹੈ ਕਿ ਪੁਲਿਸ ਕਰ ਰਹੀ ਹੈ? ਇਸੇ ਗੱਲ ਤੋਂ ਸਾਫ਼ ਹੋ ਗਿਆ ਕਿ ਇੰਡੀਪੈਂਡੈਂਟ ਨਹੀਂ ਹੈ। ਇੱਕ ਵਾਰੀ ਨਹੀਂ, ਉਹ ਅਨੇਕਾਂ ਵਾਰੀ ਹੋ ਗਿਆ ਕਿ ਜੋ ਕਹਿੰਦੇ ਆ, ਜੋ ਇਹ ਕਹਿ ਦੇਵੇ ਸੁੱਖੀ ਰੰਧਾਵਾ ਇਹ ਘੁੱਗੀ ਮਾਰ ਦਿੰਦਾ। ਇਹ ਤਾਂ ਉਹਨਾਂ ਦਾ ਉਹ ਜਿਹੜਾ ਕੇਜਡ ਪੈਰਟ, ਜਿਹੜਾ ਸੁਪਰੀਮ ਕੋਰਟ ਨੇ ਕਿਹਾ ਸੀ ਨਾ, ਕੇਜਡ ਪੈਰਟ ਜਿਹੜਾ ਤੋਤਾ ਹੁੰਦਾ ਪਿੰਜਰੇ 'ਚ ਬੰਦ, ਉਹਨਾਂ ਦਾ ਤੋਤਾ ਸਿਆਸੀ ਲੋਕਾਂ ਦਾ। ਔਰ ਮੇਰੀ ਬੇਨਤੀ ਸੁਣ, ਜਿਹੜੀ ਗੱਲ ਮੈਂ ਬਾਰ-ਬਾਰ ਕਹਿ ਰਿਹਾ ਕਿ ਪੰਜਾਬ ਦੇ ਕੋਲ ਕੋਈ ਕਾਬਲ ਅਫਸਰ ਨਹੀਂ, ਇਹ ਤੋਂ ਸੀਨੀਅਰ ਅਫਸਰ ਇਹ ਤੋਂ ਦੂਰ ਹੋ ਗਏ। ਹਾਂ, ਜਿਨ੍ਹਾਂ ਨੇ ਰਾਜਨੀਤੀ ਕਰਨੀ ਹੈ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨਾ, ਜਿਹਨੇ ਪੰਜਾਬ ਦੀ ਸਿੱਖ ਲੀਡਰਸ਼ਿਪ ਨੂੰ ਕਮਜ਼ੋਰ ਕਰਨਾ, ਇਹਦੇ ਹੱਥ ਉਹਨਾਂ ਕਾਂਗਰਸੀ ਨਾਲ ਰਲੇ ਆ ਜਾਂ ਕਾਂਗਰਸ ਦੀ ਬੀ ਟੀਮ ਨਾਲ ਰਲੇ ਆ। ਦਰਦ ਉਹਨਾਂ ਨੂੰ ਹੋ ਰਿਹਾ ਔਰ ਉਹੀ ਰੌਲਾ ਪਾ ਰਿਹਾ, ਹੋਰ ਨਹੀਂ ਕੋਈ। ਜਿਹਨੂੰ ਕੋਰਟ 'ਚ ਵਿਸ਼ਵਾਸ ਨਹੀਂ, ਕੱਲ ਰੱਬ ਨਾ ਕਰੇ ਤੁਹਾਡੇ ਤੇ ਕਿਸੇ ਤੇ ਕੋਈ ਪੁਲਿਸ ਵਾਲਾ ਗਲਤ ਪਰਚਾ ਦੇਣ, ਤੁਸੀਂ ਕਿੱਥੇ ਜਾਓਗੇ? ਕੋਰਟ 'ਚ ਜਾਓਗੇ ਨਾ। ਤੇ ਜੇ ਤੁਹਾਨੂੰ ਕੋਰਟ 'ਚ ਨਹੀਂ ਭਰੋਸਾ, ਫਿਰ ਤੁਸੀਂ ਕਿਤੇ ਭਰੋਸਾ ਕਰੋਗੇ? ਇਹ ਇੱਕ ਮੇਰੀ ਲਾਸਟ ਗੱਲ ਸੁਣ ਲਓ ਯਾਰ, ਤੁਸੀਂ ਵਿੱਚ ਮੁੜ ਕੇ ਕੋਈ ਜਾਵੇ ਗਵਰਨਰ ਕੋਲ, ਗਵਰਨਰ ਕੋਲ ਭਾਈ ਤੇਰਾ ਕੀ ਕੰਮ ਹੈ? ਫਿਰ ਪ੍ਰੈਸ ਨੂੰ ਸੁਨੇਹਾ ਲੱਗਦਾ ਮੈਂ ਗਵਰਨਰ ਕੋਲ ਚੱਲਿਆ। ਗਵਰਨਰ ਸਾਹਿਬ ਨੇ ਵੀ 9 ਮਿੰਟ 'ਚ ਤੋੜਤਾ ਕਿ ਰਫੂ ਚੱਕਰ ਹੋ ਜਾਏ ਤਾਂ ਸਿਆਸੀ ਬੰਦਾ ਇਹ ਅਫਸਰ ਨਹੀਂ ਰਿਹਾ ਹੁਣ। ਫਿਰ ਇਹ ਗਿਆ ਰਾਣਾ ਕੇਪੀ ਜੀ ਕੋਲ, ਉੱਥੇ ਟਿੰਡੇ ਲੈਣ ਗਿਆ ਸੀ। ਇਸ ਲਈ ਮੇਰਾ ਵੀਰ ਕੋਈ ਚੰਗਾ ਸਵਾਲ ਕਰੋ, ਕੋਈ ਸਮਝਦਾਰ ਸਵਾਲ ਕਰੋ। ਜਿਹੜੇ ਲੋਕ ਅੱਜ ਕਿਸੇ ਸਿਆਸੀ ਪਾਰਟੀ ਦੇ ਹਿੱਤ 'ਚ ਵਿਕ ਚੁੱਕੇ ਆ, ਆਪ ਦੀ ਸੌਂ ਨੂੰ ਭੁੱਲ ਗਏ ਆ, ਅੱਜ ਰਾਜਨੀਤੀ 'ਚ ਆਉਣਾ ਚਾਹੁੰਦੇ, ਜੀ ਸਦਕੇ ਆਉਣ, ਡਰਾਮਾ ਛੱਡਣ। ਉਹ ਜਿਹੜਾ ਇੱਕ ਹੋਰ ਹੈ ਠੋਕੋ ਤਾਲੀ, ਹਾਂ ਉਹ ਉਦਣ ਹੀ ਉਹ ਕਰ ਲਓ ਤੁਸੀਂ, ਕਰ ਲਓ। ਇੱਕ ਪਾਸੇ ਅਸਤੀਫਾ ਹੁੰਦਾ, ਦੂਸਰੇ ਪਾਸੇ ਹਾਂ ਇਹ ਬਰਗਾੜੀ ਜਾ ਕੇ ਹਾਂ ਇਹੀ ਤਾਂ ਮੈਂ, ਇਹ ਟਾਈਮਿੰਗ ਵੇਖੋ। ਇਹ ਠੋਕੋ ਤਾਲੀ ਪਹਿਲਾਂ ਤਾਂ ਗਈ ਨਹੀਂ ਉੱਥੇ, ਹੁਣ ਪੁੱਠੇ ਪੈਰ ਗਿਆ ਉੱਥੇ। ਇਹ ਸਭ ਰਲੇ ਆ। ਇਹ ਹੁਣ ਕੈਪਟਨ ਇਹਦਾ ਪਾਪਾ ਨਹੀਂ ਰਿਹਾ। ਇਹਨੇ 10 ਪਾਪੇ ਪਹਿਲਾਂ ਬਦਲੇ। ਪਹਿਲਾਂ ਬਣਾਇਆ ਕਿਹਨੂੰ ਪਾਪਾ? ਵਾਜਪਾਈ ਸਾਹਿਬ ਪਤਾ ਇਹਨੂੰ ਸਭ, ਇਹਨੂੰ ਪਤਾ, ਤੂੰ ਉਹਨੂੰ ਜਾਣਦਾ, ਤੂੰ ਜਾਣ। ਅਗਲਾ ਪਾਪਾ ਕਿਹੜਾ ਬਣਾਇਆ? ਹੁਣ ਐ ਨਾ ਘਬਰਾਇਆ ਨਹੀਂ ਹੁੰਦਾ। ਅਗਲਾ ਪਾਪਾ ਇਹਨੇ ਬਣਾਇਆ ਅਡਵਾਨੀ ਜੀ ਨੂੰ, ਕਿਉਂਕਿ ਉਦੋਂ ਭਾਜਪਾ ਦਾ ਹਲੇ ਚੱਲਦਾ ਸੀ। ਫਿਰ ਇਹਨੇ ਬਣਾਇਆ ਪਾਪਾ ਠੋਕੋ ਤਾਲੀ ਨੇ ਜੇਟਲੀ ਸਾਹਿਬ ਨੂੰ। ਫਿਰ ਇਹਨੇ ਪਾਪਾ ਬਣਾਇਆ ਬਾਦਲ ਸਾਹਿਬ ਨੂੰ। ਫਿਰ ਇਹਨੇ ਵੱਡਾ ਵੀਰ ਬਣਾਇਆ ਸੁਖਬੀਰ ਜੀ ਨੂੰ ਤੇ ਛੋਟਾ ਵੀਰ ਬਣਾਇਆ ਮਜੀਠੀਏ ਨੂੰ। ਫਿਰ ਇਹਨੇ ਪਾਪਾ ਬਣਾਇਆ, ਫਿਰ ਵਿੱਚੋਂ ਕਹਿੰਦਾ ਸੀ ਨਾ ਮੌਨ ਮੋਹਨ, ਇਹ ਕਹਿੰਦਾ ਇਹ ਤਾਂ ਮੌਨ ਮੋਹਨ। ਫਿਰ ਹੁਣ ਉਹਨੂੰ ਪਾਪਾ ਬਣਾ ਲਿਆ। ਫਿਰ ਪਹਿਲਾਂ ਸੋਨੀਆ ਗਾਂਧੀ ਮੁੰਨੀ ਸੀ, ਹੁਣ ਮੰਮੀ ਬਣ ਗਈ। ਪਹਿਲਾਂ ਉਹ ਪੱਪੂ ਸੀ, ਹੁਣ ਪਾਪਾ ਬਣ ਗਿਆ। ਇਸ ਲਈ ਮੇਰਾ ਵੀਰ ਇਹ ਜੇ ਲੋਕ ਕੀ ਕਰਦੇ, ਇਹ ਵੀ ਦੀ ਜਾਣ ਦੀ ਤਿਆਰੀ ਆ। ਹੁਣ ਇਹਨੇ ਕੇਜਰੀਵਾਲ ਨੂੰ ਪਾਪਾ ਬਣਾਉਣਾ, ਹੁਣ ਮੰਮੀ ਮੁੰਨੀ ਬਣੂ। ਫਿਰ ਇਹ ਮੇਰੀ ਗੱਲ ਅੱਜ ਨੋਟ ਕਰ ਲਿਓ। ਇਹ ਕਹਿ ਰਹੇ ਆ ਕਿ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਜਾ ਰਹੀ? ਉਹ ਬਾਰ-ਬਾਰ ਇੱਕੋ ਗੱਲ ਕਹਿ ਰਹੇ, ਰਿਪੋਰਟ ਜਨਤਕ ਕਰੋ। ਉਹ ਠੋਕੋ ਤਾਲੀਆਂ ਕਰਨ ਨਾਲ ਪੈਦਲ ਰਿਪੋਰਟ ਤਾਂ ਜਨਤਕ। ਜਿਹੜੀ ਰਿਪੋਰਟ ਕੋਰਟ 'ਚ ਪੇਸ਼ ਹੋ ਗਈ, ਉਹ ਰਿਪੋਰਟ 'ਚ ਕੀ ਰਹਿ ਗਿਆ ਜਨਤਕ ਹੋਣ ਨੂੰ? ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।